Dear students, how are you all? Hope you are doing well, and I hope your families are also safe and fine. Welcome to part 2 of the chapter of section A. The name of the chapter is Let's Not Forget the Martyrs. This chapter has been compiled by Vandana Sehgal from Wikipedia. In part 1, we have discussed three heroes of Indian Army. Today, we'll read about the next heroes. Flying Officer Nirmaljeet Singh Sekhon, Paramveer Chakra, 17th July 1943 to 14th December 1971. Was an officer of the Indian Air Force. ਇਸ ਤੋਂ ਅੱਗੇ ਜਿਸ ਅਸੀਂ ਮਹਾਨ ਸ਼ਖਸੀਅਤ ਦੀ ਸ਼ਹੀਦ ਦੀ ਗੱਲ ਕਰਨ ਜਾ ਰਹੇ ਹਾਂ ਉਹ ਹਨ ਫਲਾਇੰਗ ਆਫਿਸਰ ਨਿਰਮਲਜੀਤ ਸਿੰਘ ਸੇਖੋਂ, ਜਿਨ੍ਹਾਂ ਨੂੰ ਪਰਮਵੀਰ ਚੱਕਰ ਮਿਲਿਆ। 17 ਜੁਲਾਈ 1943 ਨੂੰ ਉਹਨਾਂ ਦਾ ਜਨਮ ਹੋਇਆ ਅਤੇ 14 ਦਸੰਬਰ 1971 ਨੂੰ ਉਹਨਾਂ ਦਾ ਦੇਹਾਂਤ ਹੋਇਆ ਔਰ ਉਹ ਭਾਰਤੀ ਥਲ ਸੈਨਾ ਦੇ ਵਿੱਚ ਅਫਸਰ ਸਨ। ਭਾਰਤੀ ਹਵਾਈ ਸੈਨਾ ਦੇ ਵਿੱਚ ਅਫਸਰ ਸਨ। ਇੰਡੀਅਨ 에ਅਰਫੋਰਸ ਭਾਰਤੀ ਹਵਾਈ ਸੈਨਾ। ਹੀ ਵਾਜ਼ ਪੋਸਥਿਊਮਸਲੀ ਅਵਾਰਡਡ ਦ ਪਰਮਵੀਰ ਚੱਕਰ। ਬੱਚੇ ਕੱਲ੍ਹ ਮੈਂ ਤੁਹਾਨੂੰ ਪੋਸਥਿਊਮਸਲੀ ਦਾ ਮੀਨਿੰਗ ਦੱਸਿਆ ਸੀ, ਯਾਦ ਹੈ ਕਿਸੇ ਨੂੰ? ਯੈਸ, ਮਰਨ ਉਪਰੰਤ। ਸੋ ਉਹਨਾਂ ਨੂੰ ਵੀ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਨਵਾਜ਼ਿਆ ਗਿਆ। ਪਰਮਵੀਰ ਚੱਕਰ ਕੀ ਹੈ? ਇੰਡੀਆਜ਼ ਹਾਈਐਸਟ ਮਿਲਟਰੀ ਡੈਕੋਰੇਸ਼ਨ। ਅਗਰ ਕੋਈ ਮਿਲਟਰੀ ਜੁਆਇਨ ਕਰਦਾ ਹੈ ਉਸ ਨੂੰ ਮਿਲਟਰੀ ਦੀ ਸੇਵਾ ਦੇ ਬਦਲੇ ਵੱਡੇ ਤੋਂ ਵੱਡਾ ਜੋ ਸਨਮਾਨ ਮਿਲ ਸਕਦਾ ਹੈ ਉਹ ਪਰਮਵੀਰ ਚੱਕਰ ਹੈ। ਇਨ ਰੈਕਗਨੀਸ਼ਨ ਆਫ ਹਿਜ਼ ਲੋਨ ਡਿਫੈਂਸ ਆਫ ਸ਼੍ਰੀਨਗਰ 에ਅਰ ਬੇਸ ਅਗੇਂਸਟ ਅ ਪਾਕਿਸਤਾਨੀ 에ਅਰ ਰੇਡ ਡਿਊਰਿੰਗ ਦ ਇੰਡੋ ਪਾਕ ਵਾਰ ਆਫ 1971। ਸਮਾਂ ਸੀ 1971 ਦਾ। ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜੰਗ ਚੱਲ ਰਹੀ ਸੀ ਔਰ ਇਸ ਦੇ ਵਿੱਚ ਪਾਕਿਸਤਾਨ ਵੱਲੋਂ ਇੱਕ ਹਵਾਈ ਹਮਲਾ ਕੀਤਾ ਗਿਆ। ਉਸ 'ਚ ਬਚਾਅ ਕਰਦੇ ਕਰਦੇ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। During the Indo-Pak War of 1971, he was assigned to the number 18 Squadron, the Flying Bullets, flying the Folland Gnat fighter aircraft based at Srinagar. ਤਾਂ ਇਹ ਜੋ ਮੈਂ ਨਾਮ ਬੋਲਿਆ ਉਹਨਾਂ ਦੇ 에ਅਰਕ੍ਰਾਫਟ ਦਾ ਨਾਮ ਹੈ। ਇਹ ਉਹਨਾਂ ਨੂੰ 에ਅਰਕ੍ਰਾਫਟ ਸੀ ਜਿਹੜਾ ਉਹ 1971 ਦੀ ਜੰਗ ਵਿੱਚ ਸੌਂਪਿਆ ਗਿਆ ਸ਼੍ਰੀਨਗਰ ਵਿਖੇ। On 14th December 1971, Srinagar airfield was attacked by 6 Pakistani Air Force F-86 jets. ਤਾਂ ਇਸ ਦੇ ਉੱਤੇ ਹਮਲਾ 6 ਜੈਟ ਫਾਈਟਰ ਆਏ ਪਾਕਿਸਤਾਨ ਤੋਂ F-86 ਉਹਨਾਂ ਨੇ ਕਰ ਦਿੱਤਾ। ਫਲਾਇੰਗ ਆਫਿਸਰ ਸੇਖੋਂ was on readiness duty at that time. ਉਸ ਸਮੇਂ ਇਹ ਡਿਊਟੀ 'ਤੇ ਤਿਆਰ ਸਨ। Soon the enemy aircraft attacked the airfield, strafing ground targets. Under heavy fire, he was able to take off in his G-Net and engage the Sabres. ਤਾਂ ਇੱਕਦਮ ਜਦੋਂ ਹਮਲਾ ਸ਼ੁਰੂ ਹੋ ਗਿਆ ਉਸ ਅੱਗ ਦੇ ਵਿੱਚੋਂ ਬੀਚ ਇਹਨਾਂ ਨੇ ਆਪਣਾ ਜਿਹੜਾ ਵਿਮਾਨ ਸੀ ਉਹ ਉਡਾਇਆ। In the ensuing air battle, Sekhon scored a direct hit on one Sabre and set another ablaze. ਇਸ ਲੜਾਈ ਦੇ ਵਿੱਚ ਜੋ ਕਿ ਹਵਾ ਦੇ ਵਿੱਚ ਹੋ ਰਹੀ ਸੀ, ਸੇਖੋਂ ਨੇ ਇੱਕ ਉਹਨਾਂ ਦੇ ਦੁਸ਼ਮਣ ਦੇ ਜਹਾਜ਼ ਦੇ ਉੱਤੇ ਡਾਇਰੈਕਟ ਹੀ ਹਮਲਾ ਕੀਤਾ ਅਤੇ ਉਹ ਉਸ ਨੂੰ ਅੱਗ ਲਾ ਦਿੱਤੀ। The latter was seen heading away towards Rajouri, trailing smoke. ਅਤੇ ਸਭ ਨੇ ਦੇਖਿਆ ਕਿ ਉਹ ਕਿਸ ਤਰੀਕੇ ਨਾਲ ਅੱਗ ਦਾ ਝੁਲਸਦਾ ਜਾਂਦਾ ਵਿਮਾਨ ਉਹ ਰਾਜੌਰੀ ਵੱਲ ਨੂੰ ਡਿੱਗ ਰਿਹਾ ਸੀ। The 4 remaining Sabres pressed the attack and after a lengthy dogfight at tree-top level, Sekhon's aircraft was hit and he was killed.
ਤੇ ਲਗਾਤਾਰ ਇਹ ਲੜਾਈ ਚੱਲਦੀ ਰਹੀ। ਲਗਾਤਾਰ ਦੋਵੇਂ ਪਾਸੇ ਦੀ ਹਵਾਈ ਸੈਨਾ ਆਪਸ ਵਿੱਚ ਲੜਦੀ ਰਹੀ। ਅੰਤ ਵਿੱਚ ਸੇਖੋਂ ਦੇ 에ਅਰਕ੍ਰਾਫਟ ਦੇ ਉੱਪਰ ਵੀ ਇੱਕ ਹਮਲਾ ਹੋਇਆ ਤੇ ਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈ। The remaining Pakistani aircraft returned to Pakistan without pressing the attack। ਔਰ ਉਸ ਤੋਂ ਬਾਅਦ ਪਾਕਿਸਤਾਨ ਦੇ ਹਮਲਾਵਰ ਵੀ ਪਾਕਿਸਤਾਨ ਵਾਪਸ ਚਲੇ ਗਏ। The bravery, flying skill and determination displayed by Flying Officer Sekhon earned him India's highest wartime medal for gallantry, the Paramveer Chakra। His skill was later praised in an article by Salim Beg Mirza, the pilot who shot him down। ਤਾਂ ਇਸ ਤਰ੍ਹਾਂ ਉਹਨਾਂ ਨੂੰ ਆਪਣੀ ਇਸ ਬਹਾਦਰ ਲੜਾਈ ਦੇ ਬਦਲੇ ਦੇਸ਼ ਦੇ ਸਰਵੋੱਚ ਸਨਮਾਨ ਨਾਲ ਨਵਾਜ਼ਿਆ ਗਿਆ। ਉਹਨਾਂ ਦੇ ਬਾਰੇ ਬਹੁਤ ਹੀ ਵਧੀਆ ਸ਼ਬਦਾਂ ਦੇ ਵਿੱਚ ਤਾਰੀਫ ਦੇ ਪੁੱਲ ਬਣੇ ਹਨ। ਸਲੀਮ ਬੇਗ ਮਿਰਜ਼ਾ। ਬੱਚੇ, ਸਲੀਮ ਬੇਗ ਮਿਰਜ਼ਾ ਪਤਾ ਕੌਣ ਹੈ? ਉਸ ਵਿਮਾਨ ਦਾ ਪਾਇਲਟ ਜਿਨ੍ਹਾਂ ਨੇ ਹਮਲਾ ਕੀਤਾ ਸੀ ਸਾਡੇ ਨਿਰਮਲਜੀਤ ਸਿੰਘ ਸੇਖੋਂ 'ਤੇ। ਨੈਕਸਟ great martyr is Captain Vikram Batra, Paramveer Chakra, 9 September 1974 to 7 July 1999, was an officer of the Indian Army, posthumously awarded with Paramveer Chakra, India's highest and prestigious award for valor, for his actions during the 1999 Kargil War in Kashmir between India and Pakistan। ਤਾਂ ਬੱਚੇ ਜੋ ਵਿਕਰਮ ਬਤਰਾ ਹੋਏ ਉਹਨਾਂ ਨੂੰ ਵੀ ਪਰਮਵੀਰ ਚੱਕਰ ਨਾਲ ਨਵਾਜ਼ਿਆ ਗਿਆ। 9 ਸਤੰਬਰ 1974 ਨੂੰ ਉਹਨਾਂ ਦਾ ਜਨਮ ਹੋਇਆ। 7 ਜੁਲਾਈ 1999 ਨੂੰ ਉਹਨਾਂ ਦੀ ਦੇਹਾਂਤ ਹੋਈ। ਉਹਨਾਂ ਨੂੰ ਵੀ ਮਰਨ ਉਪਰੰਤ ਭਾਰਤ ਦਾ ਇਹ ਸਰਵਉੱਚ ਸਨਮਾਨ ਭਾਰਤੀ ਸੈਨਾ ਦਾ ਦਿੱਤਾ ਗਿਆ। ਕਿਸ ਲਈ ਦਿੱਤਾ ਗਿਆ? ਕਿਉਂਕਿ ਜੋ ਕਸ਼ਮੀਰ ਦੇ ਵਿੱਚ ਕਾਰਗਿਲ ਯੁੱਧ ਹੋਇਆ ਸੀ ਭਾਰਤ ਅਤੇ ਪਾਕਿਸਤਾਨ ਦਾ 1999 'ਚ, ਉਸ ਦੇ ਵਿੱਚ ਉਹਨਾਂ ਨੇ ਬਹੁਤ ਬਹਾਦਰੀ ਭਰੀ ਰੋਲ ਨਿਭਾਇਆ ਸੀ। ਵਿਕਰਮ ਬਤਰਾ ਵਾਜ਼ ਬੋਰਨ ਔਨ 9 September 1974 ਇਨ ਘੱਗਰ ਵਿਲੇਜ ਨੀਅਰ ਪਾਲਮਪੁਰ, ਹਿਮਾਚਲ ਪ੍ਰਦੇਸ਼। ਘੱਗਰ ਪਿੰਡ ਵਿੱਚ 1974 9 ਸਤੰਬਰ ਨੂੰ ਉਹਨਾਂ ਦਾ ਜਨਮ ਹੋਇਆ। ਇਹ ਸਥਾਨ ਪਾਲਮਪੁਰ ਹਿਮਾਚਲ ਪ੍ਰਦੇਸ਼ ਵਿਖੇ ਹੈ। He was selected to join the Indian Military Academy in Dehradun in 1996 in Jessore Company of Manekshaw Battalion and was commissioned in the Indian Army as a lieutenant of the 13th Jammu and Kashmir Rifles at Sopore in Jammu and Kashmir। ਤਾਂ ਉਹਨਾਂ ਨੂੰ ਚੁਣ ਲਿਆ ਗਿਆ ਸੀ ਮਿਲਟਰੀ ਅਕੈਡਮੀ ਦੁਆਰਾ ਦੇਹਰਾਦੂਨ ਦੇ ਵਿੱਚੋਂ 1996 ਨੂੰ, ਅਤੇ ਉਹਨਾਂ ਨੂੰ ਕਸ਼ਮੀਰ ਰਾਈਫਲਸ ਜੋ ਬਟਾਲੀਅਨ ਸੀ ਉਹ 'ਚ ਸ਼ਾਮਿਲ ਕੀਤਾ ਗਿਆ ਔਰ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਦੀ ਪੋਸਟਿੰਗ ਹੋਈ। ਹੀ ਰੋਜ਼ ਟੂ ਦ ਰੈਂਕ ਆਫ ਕੈਪਟਨ। ਜਦੋਂ ਉਹਨਾਂ ਨੇ ਜੋਬ ਜੁਆਇਨ ਕੀਤੀ ਤਾਂ ਲੈਫਟੀਨੈਂਟ ਸਨ, ਬਾਅਦ 'ਚੋਂ ਕੈਪਟਨ ਵੀ ਬਣੇ। On 1st June 1999, his unit proceeded to the Kargil sector on the eruption of a warlike situation in Kargil, Dras and Batalik subsectors। ਤਾਂ ਉਸ ਸਮੇਂ ਕੀ ਹੋਇਆ? 1 ਜੂਨ 1999 ਦੀ ਗੱਲ ਹੈ। ਯੂਨਿਟ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੂੰ ਅਹਿਸਾਸ ਨਹੀਂ ਹੋਇਆ ਬਲਕਿ ਉਹਨਾਂ ਨੂੰ ਇਹ ਖਬਰ ਪਹੁੰਚੀ ਕਿ ਕਾਰਗਿਲ, ਦਰਾਸ, ਬਟਾਲਿਕ ਸਬ ਸੈਕਟਰਸ ਦੇ ਵਿੱਚ ਯੁੱਧ ਸ਼ੁਰੂ ਹੋ ਚੁੱਕਾ ਹੈ। ਹੀ ਵਾਜ਼ ਸੈਂਟ ਅਲੋਂਗ ਵਿਦ ਹਿਸ ਕੰਪਨੀ on the first strategic and daring operation to recapture the first peak of utmost importance, Point 5140, which was at an altitude of 17,000 feet। ਤਾਂ ਉਹਨਾਂ ਨੂੰ ਅਤੇ ਉਹਨਾਂ ਦੀ ਕੰਪਨੀ ਨੂੰ ਸਭ ਤੋਂ ਪਹਿਲਾਂ ਇੱਕ ਪਲਾਨ ਬਣਾ ਕੇ ਭੇਜਿਆ ਗਿਆ ਕਿ ਇਸ ਸਟ੍ਰੈਟਜੀ ਨਾਲ ਤੁਸੀਂ ਇਸ ਚੋਟੀ 'ਤੇ ਜਾ ਕੇ ਆਪਣਾ ਕਬਜ਼ਾ ਕਰਨਾ ਹੈ। ਚੋਟੀ ਦਾ ਨਾਮ ਹੈ Point 5140 ਔਰ ਇਸ ਦੀ ਉਚਾਈ ਆਲਟੀਟਿਊਡ ਮਤਲਬ ਉਚਾਈ ਹੈ 17,000 ਫੁੱਟ।
Captain Vikram Batra was given the task of recapturing point 5140. ਅਸਲ 'ਚ ਇਹ ਜੋ ਪੁਆਇੰਟ 5140 ਚੋਟੀ ਸੀ ਇਹ ਸਾਡੀ ਸੀ ਤੇ ਦੁਸ਼ਮਣ ਨੇ ਇਸ 'ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਨਿਕਨੇਮਡ ਸ਼ੇਰ ਸ਼ਾਹ ਲਾਇਨ ਕਿੰਗ in Hindi for his courage, he decided to lead the rear as an element of surprise would help stupefy the enemy. ਤਾਂ ਉਹਨਾਂ ਨੂੰ ਛੋਟੇ ਨਾਮ ਨਾਲ ਵੀ ਪੁਕਾਰਿਆ ਜਾਂਦਾ ਸੀ ਸ਼ੇਰ ਸ਼ਾਹ। ਇਹਦਾ ਮਤਲਬ ਸ਼ੇਰ ਮਤਲਬ ਲਾਇਨ, ਸ਼ਾਹ ਮਤਲਬ ਕਿੰਗ। ਤੇ ਇਸ ਦੇ ਵਿੱਚ ਉਹਨਾਂ ਨੇ ਸੋਚਿਆ ਕਿ ਮੈਂ ਪਿਛਲੇ ਪਾਸੇ ਤੋਂ ਨਿਰਦੇਸ਼ ਦੇਵਾਂਗਾ ਆਪਣੀ ਟੁਕੜੀ ਨੂੰ ਔਰ ਇਸ ਦੇ ਨਾਲ ਦੁਸ਼ਮਣ ਨੂੰ ਇੱਕ ਸਰਪ੍ਰਾਈਜ਼ ਵੀ ਮਿਲੇਗਾ ਕਿਉਂਕਿ ਆਮ ਤੌਰ 'ਤੇ ਲੀਡਰ ਅੱਗੇ ਹੁੰਦਾ। ਸੋ ਮੈਂ ਪਿੱਛੇ ਤੋਂ ਲੀਡ ਕਰੂੰਗਾ ਅਤੇ ਦੁਸ਼ਮਣ ਨੂੰ ਪਤਾ ਵੀ ਨਹੀਂ ਲੱਗਣ ਦੇਣਾ, ਅਸੀਂ ਕਨਫਿਊਜ਼ ਕਰ ਦਾਂਗੇ ਕਿ ਹੋ ਕੀ ਰਿਹਾ। He and his men ascended the sheer rock cliff, but as the group neared the top, the enemy pinned them on the face of the bare cliff with machine gun fire. ਹੁਣ ਕੀ ਸੀ, ਦੁਸ਼ਮਣ ਉੱਚਾ ਬੈਠਾ ਸੀ ਚੋਟੀ 'ਤੇ, ਅਸੀਂ ਹੇਠਾਂ ਤੋਂ ਉੱਪਰ ਵੱਲ ਨੂੰ ਜਾ ਕੇ ਦੁਸ਼ਮਣ 'ਤੇ ਹਮਲਾ ਕਰਨਾ ਸੀ ਜੋ ਕਿ ਬਹੁਤ ਹੀ ਮੁਸ਼ਕਿਲ ਅਤੇ ਔਖਾ ਸੀ। ਦੁਸ਼ਮਣ ਆਰਾਮ ਨਾਲ ਉੱਪਰੋਂ ਨੀਚੇ ਹਮਲੇ ਕਰ ਰਿਹਾ ਸੀ। ਲਗਾਤਾਰ ਉਹਨਾਂ ਵੱਲੋਂ ਮਸ਼ੀਨ ਗਨ ਦੇ ਫਾਇਰ ਕੀਤੇ ਜਾ ਰਹੇ ਸਨ। ਇੱਧਰੋਂ ਕੈਪਟਨ ਬਤਰਾ ਆਪਣੀ ਕੰਪਨੀ ਨਾਲ ਉੱਪਰ ਜਾ ਰਹੇ ਸਨ। ਕੈਪਟਨ ਬਤਰਾ along with 5 of his men climbed up regardless of the heavy firing and after reaching the top hurled 2 grenades at the machine gun post. ਤੇ ਕੈਪਟਨ ਬਤਰਾ ਬਿਨਾਂ ਕੁਝ ਸੋਚੇ, ਬਿਨਾਂ ਕੋਈ ਫਿਕਰ ਕੀਤੇ ਉਸ ਹੈਵੀ ਫਾਇਰਿੰਗ ਦੇ ਵਿੱਚ ਲਗਾਤਾਰ ਆਪਣੀ ਕੰਪਨੀ ਨਾਲ ਅੱਗੇ ਵਧਦੇ ਰਹੇ। ਉਹਨਾਂ ਨੇ ਬਿਲਕੁਲ ਵੀ ਪਰਵਾਹ ਨਹੀਂ ਮੰਨੀ ਕਿ ਕਿੰਨੀ ਫਾਇਰਿੰਗ ਹੋ ਰਹੀ ਹੈ। ਬਸ ਉਹਨਾਂ ਦੇ ਸਾਹਮਣੇ ਇੱਕੋ ਹੀ ਲਕਸ਼ ਸੀ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਪਹੁੰਚਣਾ ਹੈ। ਅਤੇ ਉਹਨਾਂ ਨੇ 2 ਗ੍ਰਨੇਡ ਸੀ ਜਿਹੜੇ ਉਹ ਆਪਣੀ ਮਸ਼ੀਨ ਗਨ ਪੋਸਟ ਦੇ ਵਿੱਚ ਚਲਾਏ। ਹੀ ਸਿੰਗਲ ਹੈਂਡਡਲੀ ਕਿਲਡ 3 enemy soldiers in a close combat. ਇੱਕ ਜਗ੍ਹਾ ਜਾ ਕੇ ਉਹਨਾਂ ਦੀ ਝੜਪ ਹੋ ਗਈ। ਉਸ ਝੜਪ ਦੇ ਵਿੱਚ ਵੀ ਉਹਨਾਂ ਨੇ ਇਕੱਲਿਆਂ ਨੇ 3 ਦੁਸ਼ਮਣਾਂ ਨੂੰ ਮਾਰ ਗਿਰਾਇਆ। ਹੀ ਵਾਜ਼ ਸੀਰੀਅਸਲੀ ਇੰਜਰਡ ਡਿਊਰਿੰਗ ਦਿਸ, ਇਸ ਦੇ ਵਿੱਚੋਂ ਕਾਫੀ ਜ਼ਖਮੀ ਹੋਏ ਬਟ ਇੰਸਿਸਟਿਡ ਔਨ ਰੀਗਰੂਪਿੰਗ ਹਿਜ਼ ਮੈਨ ਟੂ ਕੰਟੀਨਿਊ ਵਿਦ ਦ ਮਿਸ਼ਨ। ਲੇਕਿਨ ਉਹਨਾਂ ਨੇ ਜ਼ਿੱਦ ਕਰਕੇ ਹਮਲਾ ਹੋਇਆ ਉਹਨਾਂ ਦੇ ਉੱਤੇ ਅਤੇ ਜ਼ਖਮੀ ਵੀ ਹੋਏ ਪਰ ਜ਼ਿੱਦ ਕੀਤੀ ਉਹਨਾਂ ਕਿ ਨਹੀਂ ਮੈਂ ਇਸ ਮਿਸ਼ਨ 'ਚ ਅੱਗੇ ਰਹਿਣਾ ਅਤੇ ਆਪਣੇ ਸਾਰੇ ਗਰੁੱਪ ਨੂੰ ਰੀਗਰੁੱਪ ਕਰ ਲਿਆ, ਦੁਬਾਰਾ ਦਰੁਸਤ ਕਰ ਲਿਆ। ਇੰਸਪਾਇਰਡ ਬਾਏ ਦ ਕਰੇਜ ਡਿਸਪਲੇਡ ਬਾਏ ਕੈਪਟਨ ਬਤਰਾ, ਦ ਅਦਰ ਸੋਲਜਰਸ ਆਫ 13 J&K rifles charged the enemy position and captured point 5140 at 3:30 a.m. on 20th June 1999. ਕੈਪਟਨ ਬਤਰਾ ਦੀ ਇਹ ਬਹਾਦਰੀ ਨੂੰ ਦੇਖਦੇ ਹੋਏ ਉਹਨਾਂ ਦੀ ਪੂਰੀ ਕੰਪਨੀ ਜੋਸ਼ 'ਚ ਆ ਗਈ ਅਤੇ ਉਹਨਾਂ ਨੇ ਫਿਰ ਪੂਰੇ ਜੋਸ਼ੋ ਖਰੋਸ਼ ਨਾਲ ਇਸ ਹਮਲੇ ਦਾ ਜਵਾਬ ਦਿੱਤਾ ਅਤੇ 5140 ਚੋਟੀ ਦੇ ਉੱਤੇ ਸਵੇਰ ਦੇ 3:30 ਵਜੇ ਜਾ ਕੇ ਕਬਜ਼ਾ ਕਰ ਲਿਆ। ਇਹ ਗੱਲ ਹੈ 20 ਜੂਨ 1999 ਦੀ। ਹਿਜ਼ ਕੰਪਨੀ ਇਜ਼ ਕ੍ਰੈਡਿਟਿਡ ਵਿਦ ਕਿਲਿੰਗ ਐਟ ਲੀਸਟ 8 ਪਾਕਿਸਤਾਨੀ ਸੋਲਜਰਸ ਐਂਡ ਰਿਕਵਰਿੰਗ ਅ ਹੈਵੀ ਮਸ਼ੀਨ ਗਨ। ਉਹਨਾਂ ਦੀ ਕੰਪਨੀ ਨੇ 8 ਪਾਕਿਸਤਾਨੀ ਸਿਪਾਹੀਆਂ ਨੂੰ ਮਾਰ ਗਿਰਾਇਆ ਅਤੇ ਇੱਕ ਬਹੁਤ ਭਾਰੀ ਮਸ਼ੀਨ ਗਨ ਵੀ ਉਹਨਾਂ ਤੋਂ ਖੋਹ ਲਈ। The capture of point 5140 set in motion a string of successes such as point 5100, point 4700, Junction Peak and 3 Pimples. ਇਸ ਤੋਂ ਬਾਅਦ ਇੱਕ ਪੂਰੀ ਲੜੀ ਸ਼ੁਰੂ ਹੋ ਗਈ ਸਫਲਤਾਵਾਂ ਦੀ। 5140 ਚੋਟੀ ਤੋਂ ਬਾਅਦ ਉਹਨਾਂ ਨੇ 5100 ਚੋਟੀ, 4700 ਚੋਟੀ, ਜੰਕਸ਼ਨ ਪੀਕ ਅਤੇ 3 ਪਿੰਪਲਸ ਨਾਂ ਦੀਆਂ ਇਹ ਸਾਰੀਆਂ ਜਗ੍ਹਾਵਾਂ 'ਤੇ ਵੀ ਆਪਣਾ ਕਬਜ਼ਾ ਕਰ ਲਿਆ। ਅਲੋਂਗ ਵਿਦ ਫੈਲੋ ਕੈਪਟਨ ਅਨੁਜ ਨਈਅਰ ਬਤਰਾ led his men to victory with the recapture of point 4750 and point 4875. ਇਸ ਤੋਂ ਇਲਾਵਾ
ਕੈਪਟਨ ਅਨੁਜ ਨਇਰ, ਉਹਨਾਂ ਨੇ ਵੀ ਇਸ ਬਤਰਾ ਲੈਡ ਹਿਜ਼ ਮੈਨ ਟੂ ਵਿਕਟਰੀ, ਉਹਨਾਂ ਨੇ ਵੀ ਆਪਣੇ ਆਦਮੀਆਂ ਨੂੰ ਜਿਹੜਾ ਹੈ ਉਹ ਜਿੱਤ ਤੱਕ ਪਹੁੰਚਾਇਆ। ਜਿੱਤ ਕੀ ਸੀ? ਰੀਕੈਪਚਰ ਕਰਨਾ, ਦੁਬਾਰਾ ਆਪਣਾ ਕਬਜ਼ਾ ਕਰਨਾ ਭਾਰਤ ਦਾ। ਕਿੱਥੇ? 47, 50 ਅਤੇ 48, 75 ਨਾਮ ਦੀਆਂ ਚੋਟੀਆਂ 'ਤੇ। ਹੀ ਅਟੇਨਡ ਮਾਰਟਰਡਮ when he tried to rescue an injured officer during an enemy counter-attack against Point 4875 in the early morning hours of 7th July 99। ਉਹਨਾਂ ਦਾ ਦੇਹਾਂਤ ਉਦੋਂ ਹੋਇਆ ਜਦੋਂ ਉਹ ਆਪਣੇ ਇੱਕ ਨਾਲ ਦੇ ਜ਼ਖਮੀ ਨੂੰ ਸਿਪਾਹੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪੁਆਇੰਟ 4875 ਵੇਲੇ। ਅਤੇ ਇਸ ਕੋਸ਼ਿਸ਼ ਦੇ ਵਿੱਚ ਹੋਰ ਹਮਲਾ ਉਹਨਾਂ 'ਤੇ ਹੋ ਗਿਆ। ਇਹ ਗੱਲ ਹੈ 7 ਜੁਲਾਈ 1999 ਦੀ ਸਵੇਰ ਦੀ। ਹਿਜ਼ ਲਾਸਟ ਵਰਡਸ ਵਰ ਜੈ ਮਾਤਾ ਦੀ, ਵਿਚ ਮੀਨਸ ਵਿਕਟਰੀ ਟੂ ਦ ਮਦਰ ਦੁਰਗਾ। ਜਦੋਂ ਸ਼ਹੀਦ ਹੋ ਰਹੇ ਸਨ ਤਾਂ ਉਹਨਾਂ ਦੇ ਆਖਰੀ ਸ਼ਬਦ ਸਨ ਜੈ ਮਾਤਾ ਦੀ। This is the end of the session, my dear students, and it is an initiative taken by Department of School Education, Punjab. Thank you, dear students. Have a nice time.